ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਤੋਂ ਕਿਹੜੀਆਂ ਖਬਰਾਂ ਅੱਜ ਦਾ ਦਿਨ ਖਾਸ ਸਾਹਮਣੇ ਆਈਆਂ। ਪੈਨਸਿਲਵੇਨੀਆ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ ਘਰ ਵਿੱਚ ਧਮਾਕਾ ਹੋਇਆ। ਧਮਾਕਾ ਹੋਣ ਕਾਰਨ 5 ਜਾਣਿਆਂ ਦੀ ਮੌਤ ਹੋ ਗਈ ਤੇ 2 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਇਸ ਮਾਮਲੇ ਦੀ ਅਪਡੇਟ ਸਾਂਝੀ ਕਰਦੇ ਦੱਸਿਆ ਗਿਆ ਕਿ ਗੈਸ ਲੀਕ ਹੋਣ ਦੇ ਕਾਰਨ ਇਹ ਧਮਾਕਾ ਹੋਇਆ ਹੈ। ਇਸ ਬਾਰੇ ਹੋਰ ਕੀ ਡਿਟੇਲ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਪੈਨਸਿਲਵੇਨੀਆ ਦੇ ਘਰ ਵਿੱਚ ਧਮਾਕਾ ਹੋਇਆ। ਇਸ ਕਾਰਨ 5 ਜਾਣਿਆਂ ਦੀ ਜਾਨ ਚਲੀ ਗਈ ਅਤੇ 2 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਧਮਾਕੇ ਕਾਰਨ 5 ਜਾਣਿਆਂ ਦੀ ਜਾਨ ਚਲੀ ਗਈ ਹੈ। ਫਾਇਰ ਫਾਈਟਰਸ ਤੇ ਐਮਰਜੈਂਸੀ ਕ੍ਰਿਊਜ਼ ਦੇ ਦੱਸਣ ਮੁਤਾਬਕ ਇਹ ਘਟਨਾ ਸ਼ਾਮ 8 ਵਜੇ ਦੇ ਕਰੀਬ ਸਾਹਮਣੇ ਆਈ। 2 ਜਾਣਿਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿਹੜੇ ਰਿਕਵਰ ਕਰ ਰਹੇ ਨੇ। ਫਿਲਹਾਲ ਇਸ ਸੰਬੰਧੀ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਮਾਮਲੇ ਨਾਲ ਜੁੜੀਆਂ ਹੋਈਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਥੇ ਕਾਫੀ ਨੁਕਸਾਨ ਹੋ ਗਿਆ। ਕਈ ਘਰ ਇਸ ਧਮਾਕੇ ਕਾਰਨ ਪ੍ਰਭਾਵਿਤ ਹੋਏ ਨੇ। ਆਸ-ਪਾਸ ਜਿਹੜੇ ਲੋਕ ਮੌਜੂਦ ਸਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਇੱਥੇ ਧਮਾਕਾ ਹੋਇਆ ਤਾਂ ਉਹਨਾਂ ਨੂੰ ਪਹਿਲਾਂ ਲੱਗਾ ਕਿ ਸ਼ਾਇਦ ਇੱਥੇ ਕੋਈ ਭੂਚਾਲ ਆਇਆ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇੱਕ ਐਕਸਪਲੋਜ਼ਨ ਹੋਇਆ। ਆਫੀਸ਼ੀਅਲਸ ਦੇ ਦੱਸਣ ਮੁਤਾਬਕ ਪੋਰਟਸਟਾਊਨ ਸਕੂਲ ਡਿਸਟ੍ਰਿਕਟ ਵੱਲੋਂ ਸਾਰੇ ਸਕੂਲ ਬੰਦ ਰੱਖੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਹੁਣ ਮਾਉਂਟਗੋਮਰੀ ਕਾਉਂਟੀ ਆਫੀਸ਼ੀਅਲਸ ਵੱਲੋਂ ਇਸ ਐਕਸਪਲੋਜ਼ਨ ਪਿੱਛੇ ਕਾਰਨ ਦੱਸਿਆ ਗਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਇੱਥੇ ਗੈਸ ਲੀਕ ਕਾਰਨ ਧਮਾਕਾ ਹੋਇਆ। ਫਿਲਹਾਲ ਅਧਿਕਾਰੀ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਇਸ ਘਟਨਾ ਦੇ ਜਿਹੜੇ ਪੀੜਤ ਨੇ ਉਹਨਾਂ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਇਸ ਬਾਰੇ ਬਹੁਤੀ ਡਿਟੇਲ ਉਹਨਾਂ ਨੇ ਸਾਂਝੀ ਕੀਤੀ ਹੈ। ਉਹਨਾਂ ਵੱਲੋਂ ਸਿਰਫ ਇਹ ਦੱਸਿਆ ਗਿਆ ਕਿ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਟੈਕਸਸ ਦੇ ਸਕੂਲ ਵਿੱਚ ਜੋ ਗੋਲੀਬਾਰੀ ਹੋਈ ਉਸ ਤੋਂ ਬਾਅਦ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੱਕ ਇਵੈਂਟ ਕਰਵਾਇਆ ਜਾ ਰਿਹਾ ਸੀ ਜਿਸ ਦੇ ਬਾਹਰ ਪ੍ਰਦਰਸ਼ਨਕਾਰੀ ਪਹੁੰਚ ਗਏ। ਇਹਨਾਂ ਦੇ ਹੱਥਾਂ ਵਿੱਚ ਪੀੜਤਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸੀ। ਹੁਣ ਇਸ ਬਾਰੇ ਹੋਰ ਕੀ ਡਿਟੇਲ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। NRA ਵੱਲੋਂ ਨੈਸ਼ਨਲ ਗਨ ਕਨਵੈਨਸ਼ਨ ਕਰਵਾਈ ਗਈ ਜਿਸ ਦੌਰਾਨ ਕਈ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਗਏ। ਇਹ ਕਨਵੈਨਸ਼ਨ ਟੈਕਸਸ ਸਕੂਲ ਗੋਲੀਬਾਰੀ ਤੋਂ ਬਾਅਦ ਹੋਈ ਹੈ। ਜੀ ਹਾਂ, ਨੈਸ਼ਨਲ ਰਾਈਫਲ ਐਸੋਸੀਏਸ਼ਨ ਵੱਲੋਂ ਆਪਣੀ ਹਿਊਸਟਨ ਵਿੱਚ ਸਾਲਾਨਾ ਕਨਵੈਨਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਪਹਿਲਾਂ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚੱਲੀਆਂ ਜਿਸ ਕਾਰਨ 19 ਵਿਦਿਆਰਥੀਆਂ ਦੀ ਅਤੇ 2 ਅਧਿਆਪਕਾਂ ਦੀ ਜਾਨ ਚਲੀ ਗਈ। ਇਸ ਇਵੈਂਟ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰ ਕਈ ਰਿਪਬਲਿਕਨ ਲੀਡਰਸ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਣੇ ਸਨ। ਗਨ ਵਾਇਲੈਂਸ ਨੂੰ ਲੈ ਕੇ ਪ੍ਰੋਟੈਸਟਰਸ ਕਾਫੀ ਗੁੱਸੇ ਵਿੱਚ ਸਨ ਜਿੱਥੇ ਉਹ ਇਸ ਕਾਨਫਰੰਸ ਦੇ ਬਾਹਰ ਪਹੁੰਚ ਗਏ। ਇਨ੍ਹਾਂ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਥਾਂ ਵਿੱਚ ਟੈਕਸਸ ਗੋਲੀਬਾਰੀ ਦੇ ਪੀੜਤਾਂ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ। ਕੁਝ ਸਪੀਕਰਸ ਵੱਲੋਂ ਤਾਂ ਇੱਥੇ ਇਵੈਂਟ ਵਿੱਚ ਬੋਲਣ ਦਾ ਫੈਸਲਾ ਵਾਪਸ ਲੈ ਲਿਆ ਗਿਆ। NRA ਵੱਲੋਂ ਇੱਕ ਆਨਲਾਈਨ ਸਟੇਟਮੈਂਟ ਜਾਰੀ ਕੀਤੀ ਗਈ ਜਿੱਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੀੜਤਾਂ ਵਾਸਤੇ ਪ੍ਰੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੱਸ ਦਈਏ ਕਿ ਟੈਕਸਸ ਸਕੂਲ ਗੋਲੀਬਾਰੀ ਦੇ ਮਾਮਲੇ ਵਿੱਚ ਅਥਾਰਟੀਜ਼ ਵੱਲੋਂ ਵੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਨ੍ਹਾਂ ਨੇ ਗਲਤ ਫੈਸਲੇ ਦੀ ਗੱਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। You know, the on-scene commander considered it a barricaded subject and that there was time and there were no more children at risk. Obviously, you know, based upon the information we have, there were children in that classroom that were at risk and it was in fact still an active shooter situation and not a barricaded subject. 40-minute gap. And if the 911 operators were aware that children were alive in that classroom, why weren't officers notified of that? And if that's the case, why didn't they take action? That's the question. Again, I'll go back to the answer for right now, is that it was considered, okay, the decision was made on the scene. I wasn't there, but at the same point in time, you know, a decision was made that this was a barricaded situation. There was time to retrieve the keys and wait for a tactical team with the equipment to go ahead and breach the door and take on the subject at that point. That was the decision, that was the thought process at that particular point in time. We believe there should have been an entry at that as soon as you can. Hey, when there's an active shooter, the rules change. It's no longer, okay, it's no longer a barricaded subject. You don't have time. You don't worry about outer perimeters. And by the way, Texas embraces active shooter training, active shooter certification, and that doctrine requires officers, we don't care what agency you're from, you don't have to have a leader on the scene. Every officer lines up, stacks up,
goes and finds where those rounds are being fired at and keeps shooting until the subject is dead, period. ਨਿਊ ਮੈਕਸੀਕੋ ਤੋਂ ਵਾਈਲਡ ਫਾਇਰ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਕਿੰਨੇ ਲੋਕ ਇੱਥੇ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ, ਵੈਦਰ ਕੰਡੀਸ਼ਨ ਕੀ ਹੈ ਤੇ ਕਿਹੜੀਆਂ ਥਾਵਾਂ ਵਾਸਤੇ ਅਲਰਟ ਜਾਰੀ ਕੀਤਾ ਗਿਆ, ਦੱਸਾਂਗੇ ਜਾਣਕਾਰੀ ਇਸ ਖਬਰ ਵਿੱਚ। ਨਿਊ ਮੈਕਸੀਕੋ ਤੋਂ ਜੰਗਲ ਦੀ ਅੱਗ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜਿਵੇਂ ਹੁਣ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ, ਉਸ ਤੋਂ ਬਾਅਦ ਜੰਗਲ ਦੀ ਅੱਗ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਨਿਊ ਮੈਕਸੀਕੋ ਫਾਇਰ ਅਥਾਰਟੀਜ਼ ਵੱਲੋਂ ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਵੱਡੀ ਐਕਟਿਵ ਵਾਈਲਡ ਫਾਇਰ ਦੀ ਕੰਟੇਨਮੈਂਟ 50% ਦੱਸੀ ਹੈ। ਜਾਣਕਾਰੀ ਮੁਤਾਬਕ 30,000 ਦੇ ਕਰੀਬ ਇਸ ਸਮੇਂ ਕਰਮਚਾਰੀ ਕੰਮ ਵਿੱਚ ਜੁਟੇ ਹੋਏ ਨੇ ਤਾਂ ਕਿ 3,12,057 ਏਕੜ ਵਿੱਚ ਫੈਲੀ ਹੋਈ ਅੱਗ ਤੇ ਕਾਬੂ ਪਾਇਆ ਜਾ ਸਕੇ। ਕਾਫ ਕੈਨਨ ਅਤੇ ਹੈਲਮਟਸ ਪੀਕ ਵਿੱਚ ਇਸ ਸਮੇਂ ਮੌਸਮ ਠੰਡਾ ਨਜ਼ਰ ਆ ਰਿਹਾ ਹੈ। ਬਰਸਾਤ ਕਾਰਨ ਇੱਥੇ ਹਾਲਾਤ ਪਹਿਲਾਂ ਦੇ ਮੁਕਾਬਲੇ ਸੁਧਰੇ ਹੋਏ ਦਿਖਾਈ ਦਿੱਤੇ, ਪਰ ਦੂਜੇ ਪਾਸੇ ਯੂਐਸ ਫੋਰੈਸਟ ਸਰਵਿਸ ਵੱਲੋਂ ਮੌਸਮ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਵੀਕਐਂਡ ਦੌਰਾਨ ਮੌਸਮ ਕਾਫੀ ਜ਼ਿਆਦਾ ਗਰਮ ਰਹਿਣ ਵਾਲਾ ਹੈ। ਉਹਨਾਂ ਦੇ ਦੱਸਣ ਮੁਤਾਬਕ ਸੈਨ ਮੈਂਗੁਅਲ, ਮੋਰਾ, ਟਾਵਰਸ, ਕੋਲਫਰਕਸ, ਸੈਂਟਾ ਦੇ ਲੋਕਾਂ ਨੂੰ ਅਜੇ ਵੀ ਹਾਈ ਅਲਰਟ ਉੱਪਰ ਰੱਖਿਆ ਗਿਆ ਹੈ। ਇੱਥੇ ਕੁਝ ਰਸਤੇ ਅਜੇ ਵੀ ਬੰਦ ਰੱਖੇ ਜਾਣਗੇ। ਜਾਣਕਾਰੀ ਲਈ ਦੱਸ ਦਈਏ ਕਿ ਇਸ ਸਮੇਂ 6,100 ਵਾਈਲਡ ਲੈਂਡ ਫਾਇਰ ਫਾਈਟਰਸ ਕੰਮ ਵਿੱਚ ਜੁਟੇ ਹੋਏ ਨੇ। ਉਨ੍ਹਾਂ ਵੱਲੋਂ ਅਮਰੀਕਾ ਵਿੱਚ ਜਿਹੜੀਆਂ ਥਾਵਾਂ ਦੇ ਉੱਪਰ ਵਾਈਲਡ ਫਾਇਰ ਲੱਗੀ ਹੋਈ ਹੈ, ਉੱਥੇ ਕੰਮ ਕੀਤਾ ਜਾ ਰਿਹਾ ਹੈ। ਮੌਂਕੀਪੌਕਸ ਵਾਇਰਸ ਨਾਲ ਜੁੜੇ ਹੋਏ ਮਾਮਲੇ ਕਈ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਹੁਣ ਤੱਕ 10 ਦੇਸ਼ਾਂ ਵਿੱਚ 200 ਦੇ ਕਰੀਬ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਮੌਂਕੀਪੌਕਸ ਵਾਇਰਸ ਦਾ ਫੈਲਾਅ ਹੁਣ ਤੱਕ ਕਈ ਦੇਸ਼ਾਂ ਵਿੱਚ ਹੋ ਚੁੱਕਾ ਹੈ। ਕਈ ਦੇਸ਼ਾਂ ਵਿੱਚੋਂ ਇਸ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਲਗਾਤਾਰ ਇਸ ਨਵੇਂ ਵਾਇਰਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। WHO ਦੇ ਦੱਸਣ ਮੁਤਾਬਕ 20 ਦੇਸ਼ਾਂ ਵਿੱਚ ਇਸ ਨਾਲ ਜੁੜੇ ਹੋਏ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੁੱਲ 200 ਦੇ ਕਰੀਬ ਮਾਮਲਿਆਂ ਬਾਰੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਉਹਨਾਂ ਵੱਲੋਂ ਪਬਲਿਕ ਬਰੀਫਿੰਗ ਵਿੱਚ ਦਿੱਤੀ ਗਈ, ਜਿੱਥੇ ਇਸ ਨਾਲ ਜੁੜੇ ਹੋਏ ਕਈ ਵਿਚਾਰ ਸਾਂਝੇ ਕੀਤੇ ਗਏ ਨੇ। ਇਸ ਦੌਰਾਨ ਇਸ ਨਵੇਂ ਵਾਇਰਸ ਜਾਣੀ ਕਿ ਮੌਂਕੀਪੌਕਸ ਵਾਇਰਸ ਬਾਰੇ ਕੀ ਡਿਟੇਲ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। Definition of contact, I encourage you to consult already 2 documents that are available online. One is on contact tracing, investigation and isolation, and that one is already there. Of course, these are very interim updates that were put up within a matter of days, and we will be taking consultations from our expert groups and updating as needed. The second one that's already online, as was shown in the slide, is the how to do laboratory testing for monkeypox, and again that will be updated quickly, but there's precious information there already for you on the WHO website monkeypox health topic page. In terms of the rest of the questions, they were primarily around immunization and vaccines. So we do have, as Dr. Briand mentioned, one vaccine that is approved for monkeypox. It is approved in 2 regions, the United States of America and Health Canada. It is not yet approved by other stringent regulatory authorities. It is a new product. It is the result of decades of research on smallpox countermeasures. And as far as we know, smallpox countermeasures may be protective against monkeypox, but you can imagine that there's not been time to do a lot of research, certainly nothing on smallpox in the last 40 years in terms of human studies, clinical trials, and field studies. There are human studies, but there's safety and immunogenicity studies. What I mean is that we don't have field studies and large-scale clinical trials for these products. So this product is new. It has been approved, and it does not have WHO pre-qualification status at this time. It is something that WHO, of course, was already working on, but activity will need to be accelerated. So at the moment, the technical advisory group around smallpox and monkeypox vaccines was already scheduled to meet. So that meeting was brought forward, and we do have guidance. It is not yet online, but we do have guidance from the SAGE ad hoc working group on smallpox and monkeypox vaccines. What we have been advised so far is that there is no need for mass vaccination. There is no need. ਟੈਕਸਸ ਦੀ ਗੋਲੀਬਾਰੀ ਦੀ ਪੀੜਤ ਅਧਿਆਪਕ ਦੇ ਪਤੀ ਦੀ ਮੌਤ ਹੋ ਗਈ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਪਰਿਵਾਰਕ ਮੈਂਬਰਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ। ਟੈਕਸਸ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ ਜਿਸ ਅਧਿਆਪਕ ਦੀ ਮੌਤ ਹੋਈ, ਉਸ ਦੇ ਪਤੀ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਸ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ
ਪਤਨੀ ਦੀ ਫਿਊਨਰਲ ਵਾਸਤੇ ਤਿਆਰੀਆਂ ਕਰ ਰਿਹਾ ਸੀ, ਉਸ ਵੇਲੇ ਉਸ ਦੀ ਵੀ ਮੌਤ ਹੋ ਗਈ। ਇਸ ਵਿਅਕਤੀ ਦਾ ਨਾਮ ਜੋ ਗਾਰਸੀਆ ਦੱਸਿਆ ਗਿਆ, ਜਿਸ ਦਾ ਵਿਆਹ ਇਰਮਾ ਦੇ ਨਾਲ ਹੋਇਆ ਸੀ। ਇਰਮਾ ਦੀ ਮੌਤ ਟੈਕਸਸ ਦੀ ਗੋਲੀਬਾਰੀ ਵਾਲੀ ਘਟਨਾ ਵਿੱਚ ਹੋ ਗਈ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਪਤੀ ਦੇ ਦੇਹਾਂਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਤੀ ਦੀ ਮੌਤ ਬਾਰੇ ਡਾਕਟਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਮੌਤ ਬ੍ਰੋਕਨ ਹਾਰਟ ਸਿੰਡਰੋਮ ਕਾਰਨ ਹੋਈ ਹੈ। ਅਕਸਰ ਹੀ ਇਹ ਉਸ ਵੇਲੇ ਹੁੰਦਾ ਹੈ ਜਦੋਂ ਤੁਸੀਂ ਆਪਣੇ ਕਿਸੇ ਬਹੁਤ ਕਰੀਬੀ ਨੂੰ ਖੋ ਦੇਵੋ। ਜ਼ਿਕਰਯੋਗ ਹੈ ਕਿ ਟੈਕਸਸ ਦੇ ਸਕੂਲ ਤੋਂ ਪਿਛਲੇ ਦਿਨੀ ਭਿਆਨਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਟੀਨੇਜਰ ਵੱਲੋਂ ਸਕੂਲ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਗੋਲੀਬਾਰੀ ਦੀ ਘਟਨਾ ਨੇ 21 ਜਣਿਆਂ ਦੀ ਜਾਨ ਲੈ ਲਈ, ਜਿਸ ਵਿੱਚ 2 ਅਧਿਆਪਕ ਵੀ ਸ਼ਾਮਿਲ ਸਨ। ਇਨ੍ਹਾਂ ਵਿੱਚੋਂ ਹੀ ਇੱਕ ਅਧਿਆਪਕ ਦੇ ਪਤੀ ਦੀ ਹੁਣ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲਗਾਤਾਰ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਹ ਸਨ ਕੁਝ ਖਬਰਾਂ ਜਿਹੜੀਆਂ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।